ਓਮ ਸ਼ਾਂਤੀ। ਅੱਜ ਹੈ 6/6/2022 ਦੀ ਸਾਕਾਰ ਬਾਪ ਦਾਦਾ ਜੀ ਦੀ ਮੁਰਲੀ। ਅੱਜ ਬਾਪ ਦਾਦਾ ਜੀ ਨੇ ਆਖਿਆ, ਮਿੱਠੇ ਬੱਚੇ, ਗਿਆਨ ਦਾ ਫਾਊਂਡੇਸ਼ਨ ਸਨ ਨਿਸ਼ਚੈ। ਨਿਸ਼ਚੈ ਬੁੱਧੀ ਬਣ ਪੁਰਸ਼ਾਰਥ ਕਰੋ ਤਾਂ ਮੰਜ਼ਿਲ ਤੱਕ ਪਹੁੰਚ ਜਾਓਗੇ। ਪ੍ਰਸ਼ਨ ਹੈਗਾ ਅੱਜ ਦਾ, ਕਿਹੜੀ ਇੱਕ ਗੱਲ ਬਹੁਤ ਹੀ ਸਮਝਣ ਅਤੇ ਨਿਸ਼ਚੈ ਕਰਨ ਦੀ ਹੈਗੀ? ਉੱਤਰ ਹੈਗਾ, ਹੁਣ ਸਾਰੀ ਆਤਮਾਵਾਂ ਦਾ ਹਿਸਾਬ ਕਿਤਾਬ ਚੁਕਤੂ ਹੋਣ ਵਾਲਾ ਏ। ਸਾਰੇ ਮੱਛਰਾਂ ਦਾ ਦ੍ਰਿਸ਼ ਜਾਣਗੇ ਆਪਣੇ ਘਰ ਸਵੀਟ ਹੋਮ। ਫਿਰ ਉੱਥੋਂ ਨਵੀਂ ਦੁਨੀਆ ਵਿੱਚ ਥੋੜ੍ਹੀ ਜਿਹੀ ਆਤਮਾਵਾਂ ਆਉਣਗੀਆਂ। ਇਹ ਗੱਲ ਬਹੁਤ ਸਮਝਣ ਦੀ ਅਤੇ ਨਿਸ਼ਚੈ ਕਰਨ ਦੀ ਏ। ਅੱਜ ਦੂਜਾ ਪ੍ਰਸ਼ਨ ਵੀ ਹੈਗਾ। ਬਾਬਾ ਨੇ ਪੁੱਛਿਆ, ਬਾਪ ਕਿਹੜੇ ਬੱਚਿਆਂ ਨੂੰ ਵੇਖ ਕੇ ਬਹੁਤ ਖੁਸ਼ ਹੁੰਦੇ ਸਨ? ਉੱਤਰ ਹੈਗਾ, ਜਿਹੜੇ ਬੱਚੇ ਬਾਪ ਜੀ ਦੇ ਉੱਤੇ ਪੂਰਾ ਬਲੀ ਚੜ੍ਹਦੇ ਸਨ, ਜਿਹੜੇ ਮਾਇਆ ਤੋਂ ਹਿਲਦੇ ਨਹੀਂ ਅਤੇ ਅੰਗਦ ਦੀ ਤਰ੍ਹਾਂ ਅਚਲ ਅਡੋਲ ਰਹਿੰਦੇ ਸਨ। ਇਹੋ ਜਿਹੇ ਬੱਚਿਆਂ ਨੂੰ ਵੇਖ ਕੇ ਬਾਪ ਦਾਦਾ ਜੀ ਨੂੰ ਬਹੁਤ ਖੁਸ਼ੀ ਹੁੰਦੀ ਏ। ਗੀਤ ਹੈਗਾ ਅੱਜ ਦਾ, ਧੀਰਜ ਦਰ ਮਨਵਾ ਧੀਰਜ ਦਰ, ਤੇਰੇ ਸੁੱਖ ਦੇ ਭਰੇ ਦਿਨ ਆਣਗੇ। ਓਮ ਸ਼ਾਂਤੀ। ਬੱਚਿਆਂ ਨੇ ਕੀ ਸੁਣਿਆ? ਇਹ ਬਾਪ ਹੀ ਕਹਿ ਸਕਦੇ ਹਨ। ਸੰਨਿਆਸੀ ਉਦਾਸੀ ਕੋਈ ਵੀ ਕਹਿ ਨਾ ਸਕਣ। ਪਰ ਲੌਕਿਕ ਬੇਅਦਾ ਬਾਪ ਹੀ ਬੱਚਿਆਂ ਨੂੰ ਆਖਦੇ ਸਨ, ਕਿਉਂਕਿ ਆਤਮਾ ਵਿੱਚ ਹੀ ਮਨ ਬੁੱਧੀ ਸਨ। ਆਤਮਾਵਾਂ ਨੂੰ ਆਖਦੇ ਸਨ, ਹੁਣ ਧੀਰਜ ਧਰੋ। ਬੱਚੇ ਵੀ ਜਾਣਦੇ ਸਨ, ਇਹ ਬੇਅਦ ਦਾ ਬਾਪ ਸਾਰੀ ਦੁਨੀਆ ਨੂੰ ਆਖਦੇ ਸਨ, ਧੀਰਜ ਧਰੋ। ਹੁਣ ਤੁਹਾਡੇ ਸੁੱਖ ਸ਼ਾਂਤੀ ਦੇ ਦਿਨ ਆ ਰਹੇ ਸਨ। ਇਹ ਸਨ ਤੁਖਧਾਮ। ਇਸ ਤੋਂ ਬਾਅਦ ਫਿਰ ਸੁਖਧਾਮ ਵੀ ਆਣਾ ਹੀ ਏ। ਸੁਖਧਾਮ ਦੀ ਸਥਾਪਨਾ ਤਾਂ ਬਾਪ ਹੀ ਕਰਦੇ ਸਨ। ਬਾਪ ਹੀ ਬੱਚਿਆਂ ਨੂੰ ਆ ਕੇ ਧੀਰਜ ਦਿੰਦੇ ਸਨ। ਪਹਿਲਾਂ ਨਿਸ਼ਚੈ ਚਾਹੀਦਾ ਏ। ਨਿਸ਼ਚੈ ਹੁੰਦਾ ਏ ਬ੍ਰਹਮਾ ਮੁਖ ਵੰਸ਼ਾਵਲੀ ਬ੍ਰਾਹਮਣਾਂ ਦਾ। ਨਹੀਂ ਤਾਂ ਇੰਨੇ ਬ੍ਰਾਹਮਣ ਕਿੱਥੋਂ ਆਏ? ਬ੍ਰਹਮਾ ਕੁਮਾਰ ਕੁਮਾਰੀਆਂ ਦਾ ਅਰਥ ਵੀ ਬੱਚੇ ਅਤੇ ਬੱਚੀਆਂ। ਇੰਨੇ ਸਭ ਬ੍ਰਹਮਾ ਕੁਮਾਰ ਕੁਮਾਰੀ ਜਿਹੜੇ ਕਹਿਲਾਂਦੇ ਹਨ, ਉਹੀਓ ਜਾਣਦੇ ਸਨ। ਤਾਂ ਜ਼ਰੂਰ ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਹੋਣਗੇ ਨਾ। ਇੰਨੇ ਸਭ ਦਾ ਇੱਕ ਹੀ ਮਾਤ ਪਿਤਾ ਸਨ, ਔਰ ਸਭ ਨੂੰ ਤਾਂ ਅਲੱਗ-ਅਲੱਗ ਮਾਤ ਪਿਤਾ ਹੁੰਦੇ ਸਨ। ਇੱਥੇ ਤੁਸੀਂ ਸਭ ਦਾ ਇੱਕ ਹੀ ਮਾਤ ਪਿਤਾ ਸਨ, ਨਵੀਂ ਗੱਲਾਂ ਹੈ ਨਾ। ਔਰ ਸਭ ਨੂੰ ਅਲੱਗ-ਅਲੱਗ ਮਾਤ ਪਿਤਾ ਹੁੰਦੇ ਨੇ। ਇੱਥੇ ਤੁਸੀਂ ਸਭ ਦਾ ਇੱਕ ਹੀ ਮਾਤ ਪਿਤਾ ਏ। ਨਵੀਂ ਗੱਲ ਇਹ ਹੈਗੀ ਕਿ ਸਾਰਿਆਂ ਨੂੰ ਮਾਂ ਬਾਪ ਆ ਕਰਕੇ ਨਾਲ ਲੈ ਜਾਂਦੇ ਸਨ। ਤੁਸੀਂ ਬ੍ਰਾਹਮਣ ਵੀ ਹੋ, ਹੁਣ ਬਣੇ ਹੋ। ਬ੍ਰਹਮਾ ਮੁਖ ਵੰਸ਼ਾਵਲੀ ਬ੍ਰਾਹਮਣ ਹੋ। ਉਹ ਬ੍ਰਾਹਮਣ ਸਨ ਕੁਖ ਵੰਸ਼ਾਵਲੀ। ਹਰ ਇੱਕ ਗੱਲ ਨੂੰ ਬੜੇ ਨਿਸ਼ਚੈ ਨਾਲ ਸਮਝ ਕੇ ਨਿਸ਼ਚੈ ਕਰਨਾ ਏ। ਕੌਣ ਸਮਝਾਉਂਦੇ ਸਨ? ਭਗਵਾਨ ਸਮਝਾਉਂਦੇ ਸਨ। ਕਦੋਂ? ਕਲਯੁਗ ਦੇ ਅੰਤ ਵਿੱਚ ਆਉਂਦੇ ਸਨ। ਹੁਣ ਲੜਾਈ ਵੀ ਸਾਹਮਣੇ ਖੜੀ ਏ। ਯੂਰੋਪ ਵਾਸੀ ਯਾਦਵ ਵੀ ਸਨ, ਜਿਨ੍ਹਾਂ ਨੇ ਇੰਨੇ ਸਾਰੇ ਬੰਬਸ ਬਣਾਏ ਸਨ। ਉਹਨਾਂ ਦੀ ਇਨਵੈਂਸ਼ਨ ਕੀਤੀ ਏ। ਗਾਇਆ ਹੋਇਆ ਵੀ ਏ, ਪੇਟ ਤੋਂ ਮੁਸਲ ਨਿਕਲੇ, ਜਿਸ ਤੋਂ ਆਪਣੇ ਹੀ ਕੁਲ ਦਾ ਵਿਨਾਸ਼ ਕਰਦੇ ਸਨ। ਬਰੋਬਰ ਕੁਲ ਦਾ ਵਿਨਾਸ਼ ਵੀ ਜ਼ਰੂਰ ਕਰਨਗੇ। ਹੈ ਤਾਂ ਇੱਕ ਹੀ ਕੁਲ ਦੇ। ਇੱਕ ਦੋ ਨੂੰ ਆਖਦੇ ਰਹਿੰਦੇ ਨੇ, ਅਸੀਂ ਵਿਨਾਸ਼ ਕਰਾਂਗੇ। ਇਹ ਵੀ ਬਰੋਬਰ ਲਿਖਿਆ ਹੋਇਆ ਏ। ਤਾਂ ਹੁਣ ਬਾਪ ਸਮਝਾਉਂਦੇ ਸਨ, ਬੱਚੇ ਧੀਰਜ ਧਰੋ। ਹੁਣ ਇਹ ਪੁਰਾਣੀ ਦੁਨੀਆ ਖਤਮ ਹੋਣ ਵਾਲੀ ਏ। ਕਲਯੁਗ ਖਤਮ ਹੋਣ ਵਾਲਾ ਏ, ਤਾਂ ਹੀ ਤਾਂ ਸਤਯੁਗ ਹੋਵੇਗਾ। ਜ਼ਰੂਰ ਉਹਨਾਂ ਕੋਲ ਪਹਿਲਾਂ ਹੀ ਸਥਾਪਨਾ ਹੋਣੀ ਚਾਹੀਦੀ ਏ। ਗਾਇਆ ਵੀ ਜਾਂਦਾ ਏ, ਬ੍ਰਹਮਾ ਦੁਆਰਾ ਸਥਾਪਨਾ, ਵਿਸ਼ਨੂੰ ਦੁਆਰਾ ਪਾਲਣਾ, ਸ਼ੰਕਰ ਦੁਆਰਾ ਵਿਨਾਸ਼। ਪਹਿਲੇ ਸਥਾਪਨਾ ਕਰਾਂਗੇ, ਫਿਰ ਵਿਨਾਸ਼ ਹੋਵੇਗਾ। ਫਿਰ ਨਵੀਂ ਦੁਨੀਆ ਆਂਦੀ ਏ ਤੇ ਉਸਦੀ ਪਾਲਣਾ ਕੀਤੀ ਜਾਂਦੀ ਏ। ਇਹ ਨਿਆਰਾ ਮਾਰਗ ਏ। ਕੋਈ ਵੀ ਸਮਝਦੇ ਨਹੀਂ, ਕੋਈ ਨੇ ਕਦੀ ਸੁਣਿਆ ਵੀ ਨਹੀਂ। ਤੋ ਸਮਝਦੇ ਸਨ ਜਿਵੇਂ ਔਰ ਮੱਠ ਪੰਥ ਹੁੰਦੇ ਸਨ, ਉਵੇਂ ਇਹ ਵੀ ਬੀਕਿਆਂ ਦਾ ਬ੍ਰਹਮਾ ਕੁਮਾਰੀਆਂ ਦਾ ਮੱਠ ਪੰਥ ਹੈ।
ਉਹਨਾਂ ਵਿਚਾਰਿਆਂ ਦਾ ਵੀ ਕੋਈ ਦੋਸ਼ ਨਹੀਂ। ਕਲਪ ਪਹਿਲਾਂ ਵੀ ਇਹੋ ਜਿਹੇ ਵਿਘਨ ਆਏ ਸੀ, ਹੁਣ ਵੀ ਆਣੇ ਹੀ ਨੇ। ਇਹ ਸਨ ਰੁਦਰ ਗਿਆਨ ਯੱਗ। ਰੁਦਰ ਆਖਿਆ ਜਾਂਦਾ ਏ ਸ਼ਿਵ ਨੂੰ। ਉਹ ਹੀ ਆ ਕੇ ਰਾਜਯੋਗ ਸਿਖਾਉਂਦੇ ਸਨ, ਜਿਸ ਨੂੰ ਪ੍ਰਾਚੀਨ ਸਹਿਜ ਰਾਜਯੋਗ ਆਖਿਆ ਜਾਂਦਾ ਏ। ਪ੍ਰਾਚੀਨ ਦਾ ਅਰਥ ਵੀ ਤੁਸੀਂ ਸਮਝਦੇ ਹੋ, ਉਹ ਤਾਂ ਸਮਝਦੇ ਨਹੀਂ। ਇਸ ਸੰਗਮ ਯੁੱਗ ਦੀ ਹੀ ਸਾਰੀਆਂ ਗੱਲਾਂ ਨੇ। ਪਤਿਤ ਅਥਵਾ ਪਾਵਨ ਤਾਂ ਸੰਗਮ ਯੁੱਗ ਤੇ ਹੀ ਹੁੰਦੇ ਸਨ। ਪਤਿਤਾਂ ਨੂੰ ਪਾਵਨ ਬਣਾਉਣ ਦੇ ਲਈ ਬਾਪ ਸੰਗਮ ਯੁੱਗ ਤੇ ਹੀ ਆਉਂਦੇ ਸਨ। ਸਤਯੁਗ ਆਦਿ ਵਿੱਚ ਸਨ ਇੱਕ ਹੀ ਧਰਮ। ਉਹ ਸਨ ਆਸੁਰੀ ਸੰਪਰਦਾਏ, ਤੁਸੀਂ ਹੋ ਦੈਵੀ ਸੰਪਰਦਾਏ ਦੀ। ਯੁੱਧ ਆਦਿ ਦੀ ਕੋਈ ਗੱਲ ਹੀ ਨਹੀਂ ਹੁੰਦੀ। ਇਹ ਵੀ ਬਹੁਤ ਭੁੱਲ ਕੀਤੀ ਹੋਈ ਹੈ। ਤੁਸੀਂ ਭਾਈ ਭਾਈ ਕਿਵੇਂ ਲੜੋਗੇ? ਬਾਪ ਬਹਿ ਬ੍ਰਾਹਮਣਾਂ ਦੇ ਦੁਆਰਾ ਸਾਰੇ ਵੇਦਾਂ ਸ਼ਾਸਤਰਾਂ ਦਾ ਸਾਰ ਸਮਝਾਉਂਦੇ ਸਨ। ਵਾਸਤਵ ਵਿੱਚ ਮੁੱਖ ਸਨ ਚਾਰ। ਉਹਨਾਂ ਦੇ 4 ਧਰਮ ਸ਼ਾਸਤਰ ਸਨ। ਉਸ ਵਿੱਚ ਪਹਿਲੇ ਸਨ ਆਦਿ ਸਨਾਤਨ ਦੇਵੀ ਦੇਵਤਾ ਧਰਮ, ਜਿਸ ਦਾ ਸ਼ਾਸਤਰ ਹੈ ਸਰਵ ਸ਼ਾਸਤਰਮਈ ਸ਼ਿਰੋਮਣੀ ਗੀਤਾ, ਜੋ ਭਾਰਤ ਦਾ ਪਹਿਲਾ ਅਤੇ ਮੁੱਖ ਸ਼ਾਸਤਰ ਹੈ, ਜਿਸ ਤੋਂ ਹੀ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਹੁੰਦੀ ਹੈ। ਹੁਣ ਸੂਰਯਵੰਸ਼ੀ ਅਤੇ ਚੰਦਰਵੰਸ਼ੀ ਧਰਮ ਦੀ ਸਥਾਪਨਾ ਹੋ ਰਹੀ ਹੈ, ਸੋ ਤਾਂ ਜ਼ਰੂਰ ਸੰਗਮ ਤੇ ਹੀ ਹੋਵੇਗੀ। ਇਸ ਨੂੰ ਹੀ ਕੁੰਭ ਆਖਿਆ ਜਾਂਦਾ ਹੈ। ਤੁਸੀਂ ਜਾਣਦੇ ਹੋ ਇਹ ਕੁੰਭ ਦਾ ਮੇਲਾ ਹੈ, ਆਤਮਾ ਪਰਮਾਤਮਾ ਦਾ ਮੇਲਾ। ਇਹ ਸਣ ਸੁਹਾਵਣਾ ਕਲਿਆਣਕਾਰੀ। ਕਲਯੁਗ ਨੂੰ ਬਦਲ ਸਤਯੁਗ ਹੋਣਾ ਹੀ ਹੈ, ਇਸ ਲਈ ਇਸ ਨੂੰ ਕਲਿਆਣਕਾਰੀ ਆਖਿਆ ਜਾਂਦਾ ਹੈ। ਸਤਯੁਗ ਤੋਂ ਤ੍ਰੇਤਾ ਹੁੰਦਾ ਏ, ਫਿਰ ਤ੍ਰੇਤਾ ਤੋਂ ਦੁਆਪਰ ਹੁੰਦਾ ਏ, ਫਿਰ ਕਲਾਵਾਂ ਘੱਟ ਹੁੰਦੀਆਂ ਜਾਂਦੀਆਂ ਨੇ, ਅਕਲਿਆਣ ਹੁੰਦਾ ਹੀ ਜਾਂਦਾ ਏ। ਫਿਰ ਜ਼ਰੂਰ ਕਲਿਆਣ ਕਰਨ ਵਾਲਾ ਚਾਹੀਦਾ ਏ। ਜਦੋਂ ਪੂਰਾ ਕਲਿਆਣ ਹੋ ਜਾਂਦਾ ਏ ਤਾਂ ਬਾਪ ਆਉਂਦੇ ਸਨ ਸਾਰਿਆਂ ਦਾ ਕਲਿਆਣ ਕਰਨ ਦੇ ਲਈ। ਬੁੱਧੀ ਤੋਂ ਕੰਮ ਲੈਣਾ ਹੁੰਦਾ ਏ। ਜ਼ਰੂਰ ਬਾਪ ਕਲਿਆਣ ਅਰਥ ਹੀ ਤਾਂ ਆਣਗੇ ਸੰਗਮ ਤੇ। ਸਰਵ ਦਾ ਸਦਗਤੀ ਦਾਤਾ ਇੱਕ ਹੀ ਬਾਪ ਸਨ। ਉਹ ਆਂਦੇ ਹੀ ਸਨ ਸੰਗਮ ਯੁੱਗ ਤੇ। ਸਤਯੁਗ ਤ੍ਰੇਤਾ ਵਿੱਚ ਕਦੇ ਵੀ ਨਹੀਂ ਆਂਦੇ। ਬਾਪ ਆਣਗੇ ਹੀ ਅੰਤ ਵਿੱਚ, ਜਦੋਂ ਸਾਰੀਆਂ ਆਤਮਾਵਾਂ ਇਸ ਸ੍ਰਿਸ਼ਟੀ ਤੇ ਆ ਜਾਂਦੀਆਂ ਸਨ। ਤੋ ਬਾਪ ਹੀ ਆ ਕੇ ਧੀਰਜ ਦਿੰਦੇ ਸਨ। ਬੱਚੇ ਆਖਦੇ ਸਨ, ਬਾਬਾ ਇਸ ਪੁਰਾਣੀ ਦੁਨੀਆ ਵਿੱਚ ਬਹੁਤ ਦੁੱਖ ਸਨ, ਸਾਨੂੰ ਜਲਦੀ ਇੱਥੇ ਲੈ ਚਲੋ। ਬਾਪ ਆਖਦੇ ਸਨ, ਨਹੀਂ ਬੱਚੇ, ਇਹ ਡਰਾਮਾ ਅਨਾਦਿ ਅਵਿਨਾਸ਼ੀ ਬਣਿਆ ਹੋਇਆ ਏ। ਫਟ ਤੋਂ ਭ੍ਰਿਸ਼ਟਾਚਾਰੀ ਤੋਂ ਸ੍ਰੇਸ਼ਟਾਚਾਰੀ ਨਹੀਂ ਬਣ ਸਕਦੇ, ਟਾਈਮ ਲੱਗਦਾ ਏ। ਨਿਸ਼ਚੈ ਬੁੱਧੀ ਹੋ ਕੇ ਪੁਰਸ਼ਾਰਥ ਕਰਨਾ ਪਵੇ। ਸੈਕਿੰਡ ਵਿੱਚ ਜੀਵਨ ਮੁਕਤੀ ਤਾਂ ਠੀਕ ਸਨ। ਬੱਚਾ ਮਾਣਾ ਹੀ ਵਰਸਾ ਦੇ ਅਧਿਕਾਰ ਬਣਨਾ। ਵਰਸੇ ਦਾ ਹੱਕਦਾਰ ਤਾਂ ਬਣਾਂਗੇ ਤਾਂ ਪੁਰਸ਼ਾਰਥ ਕਰਾਂਗੇ, ਪਰੰਤੂ ਫਿਰ ਉੱਥੇ ਵੀ ਜਾ ਕੇ ਨੰਬਰਵਾਰ ਹੀ ਤਾਂ ਪਦ ਪਾਣਗੇ। ਊਂਚ ਪਦ ਪਾਣ ਦੇ ਲਈ ਪੜ੍ਹਾਈ ਵਿੱਚ ਪੁਰਸ਼ਾਰਥ ਕਰਨਾ ਪੈਂਦਾ ਏ। ਐਵੇਂ ਨਹੀਂ ਕਿ ਫਟ ਤੋਂ ਕਰਮਾਤੀਤ ਅਵਸਥਾ ਹੋ ਜਾਵੇਗੀ, ਫਿਰ ਤੇ ਇਹ ਸਰੀਰ ਛੱਡਣਾ ਪਵੇ। ਪਰ ਇਹੋ ਜਿਹਾ ਕੋਈ ਲਾ ਨਹੀਂ ਹੈਗਾ। ਮਾਇਆ ਤੋਂ ਵੀ ਚੰਗੀ ਰੀਤੀ ਯੁੱਧ ਕਰਨੀ ਪੈਂਦੀ ਏ। ਤੁਹਾਨੂੰ ਹੁਣ ਮਾਲੂਮ ਹੁੰਦਾ ਏ, ਯੁੱਧ 8, 10, 15 ਵਰੇ ਵੀ ਚੱਲਦਾ ਰਹਿੰਦਾ ਏ। ਤੁਹਾਡੀ ਯੁੱਧ ਤਾਂ ਮਾਇਆ ਨਾਲ ਏ। ਜਦੋਂ ਤੱਕ ਬਾਪ ਸਨ ਤੁਹਾਡੀ ਯੁੱਧ ਚਲਦੀ ਰਹਿਣੀ ਏ। ਪਿਛਾੜੀ ਵਿੱਚ ਫਿਰ ਰਿਜ਼ਲਟ ਨਿਕਲੇਗੀ। ਕਿਸ ਨੇ ਕਿੰਨਾ ਮਾਇਆ ਨੂੰ ਜਿੱਤਿਆ ਉਹ ਵੀ ਦੱਸਿਆ ਜਾਏਗਾ। ਕਿੰਨੀ ਕਰਮਾਤੀਤ ਅਵਸਥਾ ਹੋਈ। ਬਾਪ ਆਖਦੇ ਸਨ, ਜਿੰਨਾ ਹੋ ਸਕੇ ਆਪਣੇ ਘਰ ਨੂੰ ਯਾਦ ਰੱਖੋ। ਉਹ ਸਨ ਸ਼ਾਂਤੀ ਧਾਮ, ਵਾਣੀ ਤੋਂ ਪਰੇ ਦਾ ਸਥਾਨ ਸਨ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਖੁਸ਼ੀ ਸਨ। ਤੁਸੀਂ ਜਾਣਦੇ ਹੋ ਇਹ ਡਰਾਮਾ ਕਿਹੋ ਜਿਹਾ ਬਣਿਆ ਹੋਇਆ ਹੈ। 3 ਲੋਕਾਂ ਨੂੰ ਵੀ ਤੁਸੀਂ ਜਾਣਦੇ ਹੋ। ਬਾਕੀ ਸ਼ਾਸਤਰ ਆਦਿ ਤਾਂ ਬਹੁਤ ਪੜ੍ਹੇ ਹੋਏ ਸਨ, ਪਰੰਤੂ ਇਹ ਗੱਲਾਂ ਕਿਸੇ ਦੀ ਬੁੱਧੀ ਵਿੱਚ ਬਹਿੰਦੀਆਂ ਥੋੜੀ ਨੇ। ਚੰਗੇ ਚੰਗੇ ਵੀ ਗਿਰ ਪੈਂਦੇ ਨੇ। ਉਸ ਸੈਨਾ ਵਿੱਚ ਤੇ ਮਰਨ ਵਾਲਿਆਂ ਦਾ ਖਿਆਲ ਨਹੀਂ ਰਹਿੰਦਾ। ਚੋਟ ਖਾ ਕੇ ਫਿਰ ਮੈਦਾਨ ਵਿੱਚ ਵੀ ਆ ਜਾਂਦੇ ਸਨ, ਕਿਉਂਕਿ ਉਹਨਾਂ ਦਾ ਇਹੀਓ ਧੰਦਾ ਏ। ਉਹ ਪ੍ਰੋਫੈਸ਼ਨਲ ਸਨ। ਉਹਨਾਂ ਨੂੰ ਫਿਰ ਇਨਾਮ ਵੀ ਮਿਲਦਾ ਏ।
ਇੱਥੇ ਤੁਸੀਂ ਬੱਚੇ ਫਿਰ ਸ਼ਿਵ ਬਾਬਾ ਤੋਂ ਸ਼ਕਤੀ ਲੈਂਦੇ ਹੋ, ਮਾਇਆ ਤੇ ਜਿੱਤ ਪਾਉਂਦੇ ਹੋ। ਬਾਪ ਬੈਰਿਸਟਰ ਸਨ ਜਿਹੜਾ ਮਾਇਆ ਤੋਂ ਤੁਹਾਨੂੰ ਛੁਡਾਉਂਦੇ ਸਨ। ਫਿਰ ਤੁਸੀਂ ਫਿਰ ਹੋ ਸ਼ਿਵ ਸ਼ਕਤੀ ਸੈਨਾ। ਮਾਤਾਵਾਂ ਨੂੰ ਵੀ ਉੱਚਾ ਰੱਖਿਆ ਏ। ਵੰਦੇ ਮਾਤਰਮ ਤਾਂ ਹੀ ਤਾਂ ਆਖਿਆ ਗਿਆ ਏ। ਬਾਪ ਨੇ ਕਿਸ ਨੂੰ ਕਿਹਾ? ਕਿਉਂਕਿ ਤੁਸੀਂ ਬਾਪ ਤੇ ਬਲੀ ਚੜ੍ਹਦੇ ਹੋ। ਬਾਪ ਤੁਹਾਨੂੰ ਵੇਖ ਕੇ ਬਹੁਤ ਖੁਸ਼ ਹੁੰਦੇ ਸਨ ਕਿ ਇਹ ਚੰਗੇ ਖੜੇ ਨੇ, ਹਿਲਦੇ ਨਹੀਂ, ਅੰਗਦ ਦੇ ਸਮਾਨ ਸਨ। ਉਹਨਾਂ ਨੂੰ ਰਾਵਣ ਵੀ ਹਿਲਾ ਨਹੀਂ ਸਕਿਆ। ਇਹ ਅੰਤ ਦੇ ਸਮਿਆਂ ਦੀ ਗੱਲਾਂ ਨੇ। ਅੰਤ ਵਿੱਚ ਉਹ ਅਵਸਥਾ ਆਣੀ ਏ। ਉਸ ਸਮੇਂ ਤੁਹਾਨੂੰ ਬਹੁਤ ਖੁਸ਼ੀ ਰਵੇਗੀ। ਜਦੋਂ ਤੱਕ ਵਿਨਾਸ਼ ਨਾ ਹੋਵੇ, ਧਰਤੀ ਪਵਿੱਤਰ ਨਾ ਬਣੇ, ਤਾਂ ਤੱਕ ਦੇਵਤਾ ਆ ਨਹੀਂ ਸਕਦੇ। ਪੰਬੋਰ ਨੂੰ ਅੱਗ ਵੀ ਜ਼ਰੂਰ ਲੱਗਣੀ ਏ। ਸਾਰੀ ਆਤਮਾਵਾਂ ਨੂੰ ਹਿਸਾਬ ਕਿਤਾਬ ਚੁਕਤੂ ਕਰ ਮੱਛਰਾਂ ਸਾਦ੍ਰਿਸ਼ ਸਵੀਟ ਹੋਮ ਵਾਪਸ ਜਾਣਾ ਏ। ਮੱਛਰ ਕਿੰਨੇ ਕਰੋੜ ਮਰਦੇ ਸਨ। ਇਸ ਲਈ ਗਾਇਆ ਵੀ ਜਾਂਦਾ ਸਨ, ਰਾਮ ਗਇਓ ਰਾਵਣ ਗਇਓ। ਵਾਪਸ ਤਾਂ ਜਾਣਾ ਹੀ ਏ ਨਾ। ਫਿਰ ਤੁਸੀਂ ਆਵੋਗੇ ਨਵੀਂ ਦੁਨੀਆ ਵਿੱਚ। ਉੱਥੇ ਬਹੁਤ ਥੋੜੇ ਹੋਣਗੇ। ਇਹ ਸਮਝਣ ਅਤੇ ਨਿਸ਼ਚੈ ਕਰਨ ਦੀਆਂ ਗੱਲਾਂ ਸਨ। ਇਹ ਨੌਲੇਜ ਬਾਬਾ ਹੀ ਆ ਕੇ ਦਿੰਦੇ ਸਨ। ਅੱਛਾ, ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ, ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰੇ। ਉੱਠਦਿਆਂ ਬਹਿੰਦਿਆਂ ਚਲਦਿਆਂ ਫਿਰਦਿਆਂ ਆਪਣੇ ਨੂੰ ਐਕਟਰ ਸਮਝਣਾ ਏ। ਦਿਲ ਵਿੱਚ ਰਵੇ ਕਿ ਅਸੀਂ 84 ਜਨਮਾਂ ਦਾ ਪਾਰਟ ਪੂਰਾ ਕੀਤਾ ਏ। ਹੁਣ ਅਸੀਂ ਘਰ ਜਾਣਾ ਏ। ਦੇਹੀ ਅਭਿਮਾਨੀ ਹੋ ਕੇ ਰਹਿਣਾ ਏ। ਨਿਸ਼ਚੈ ਬੁੱਧੀ ਬਣ ਕੰਡਿਆਂ ਨੂੰ ਫੁੱਲ ਬਣਾਉਣ ਦਾ ਪੁਰਸ਼ਾਰਥ ਕਰਨਾ ਏ। ਮਾਇਆ ਤੋਂ ਯੁੱਧ ਕਰ ਵਿਜয়ੀ ਬਣ ਕਰਮਾਤੀਤ ਬਣਨਾ ਹੈ। ਜਿੰਨਾ ਹੋ ਸਕੇ ਆਪਣੇ ਦਿਲ ਵਿੱਚ ਘਰ ਨੂੰ ਯਾਦ ਕਰਦੇ ਰਹਿਣਾ ਏ। ਅੱਜ ਦਾ ਵਰਦਾਨ ਹੈ, ਆਪਣੇ ਹਲਕੇਪਣ ਦੀ ਸਥਿਤੀ ਦੁਆਰਾ ਹਰ ਕਾਰਜ ਨੂੰ ਲਾਈਟ ਬਣਾਉਣ ਵਾਲੇ ਬਾਪ ਸਮਾਨ ਨਿਆਰੇ ਪਿਆਰੇ ਭਵ। ਮਨ, ਬੁੱਧੀ ਅਤੇ ਸੰਸਕਾਰ ਇਹ ਆਤਮਾ ਦੀ ਸੂਖਸ਼ਮ ਸ਼ਕਤੀਆਂ ਸਨ। ਤਿੰਨਾਂ ਵਿੱਚ ਲਾਈਟ ਅਨੁਭਵ ਕਰਨਾ, ਅਈਓ ਗੱਲ ਬਾਪ ਸਮਾਨ ਨਿਆਰੀ ਅਤੇ ਪਿਆਰੀ ਅਵਸਥਾ ਬਣਾਉਂਦੀ ਏ। ਕਿਉਂਕਿ ਸਮਾਂ ਪ੍ਰਮਾਣ ਬਾਹਰ ਦਾ ਵਾਤਾਵਰਣ ਤਮੋ ਪ੍ਰਧਾਨ ਹੁੰਦਾ ਜਾ ਰਿਹਾ ਏ। ਮਨੁੱਖ ਆਤਮਾਵਾਂ ਦੀ ਵ੍ਰਿਤੀਆਂ ਵੀ ਭਾਰੀਪਨ ਵਿੱਚ ਆ ਗਈਆਂ ਸਨ। ਜਿੰਨਾ ਬਾਹਰ ਦਾ ਵਾਤਾਵਰਣ ਭਾਰੀ ਹੁੰਦਾ ਏ, ਉਨਾ ਆਪ ਬੱਚਿਆਂ ਜੀ ਦਾ ਵੀ ਸੰਕਲਪ ਕਰਮ ਸੰਬੰਧ ਲਾਈਟ ਹੋਣ ਦੀ ਬਜਾਏ ਭਾਰੀ ਹੁੰਦੇ ਜਾ ਰਹੇ ਸਨ। ਤਾਂ ਜਿੰਨਾ ਵਾਤਾਵਰਣ ਭਾਰੀ ਹੁੰਦਾ ਜਾ ਰਿਹਾ ਹੈ, ਉਨਾ ਤੁਸੀਂ ਆਪਣੇ ਸੰਕਲਪਾਂ ਨੂੰ, ਬਾਣੀ ਨੂੰ, ਸੰਬੰਧ ਨੂੰ ਲਾਈਟ ਬਣਾਉਣਾ ਹੈ। ਲਾਈਟਨੈਸ ਦਾ ਕਾਰਨ ਸਾਰਾ ਕਾਰਜ ਲਾਈਟ ਚਲਦੇ ਫਿਰਦੇ ਲਾਈਟ ਸਮਝ ਕੇ ਕਰਨਾ ਹੈ। ਕਾਰੋਬਾਰ ਦਾ ਪ੍ਰਭਾਵ ਆਪ ਜੀ ਤੇ ਨਵੀਂ ਪਵੇਗਾ। ਇਹੋ ਜਿਹੀ ਸਥਿਤੀ ਬਾਪ ਸਮਾਨ ਸਥਿਤੀ ਸਨ। ਅੱਜ ਦਾ ਸਲੋਗਨ ਹੈਗਾ, ਇਸੀ ਅਲੌਕਿਕ ਨਸ਼ੇ ਵਿੱਚ ਰਹੋ ਵਾਰੇ ਮੈਂ, ਤਾਂ ਮਨ ਅਤੇ ਤਨ ਦੇ ਨੈਚੁਰਲ ਡਾਂਸ ਹੁੰਦੀ ਰਹੇਗੀ। ਇਸ ਅਲੌਕਿਕ ਨਸ਼ੇ ਵਿੱਚ ਰਹੋ ਵਾਰੇ ਮੈਂ, ਤਾਂ ਮਨ ਅਤੇ ਤਨ ਦੀ ਨੈਚੁਰਲ ਡਾਂਸ ਹੁੰਦੀ ਰਹੇਗੀ। ਓਮ ਸ਼ਾਂਤੀ।